शब्दावली भी थोड़ी पह जाती, अहमियत शब्दां च ना बयान हुंदी। मेरी भी किते पहचान ना हुंदी जे मेरे सिर ते सोहनी दस्तार ना हुंदी। दास सिमरजीत सिंह, दस्तार कोच। अज खिड़ी दुपहर ते खिड़ी दुपहर दे विच गुरु साहब की अपार रहमत सदका दस्तार की सेवा निभाण लगे हाँ। तुहाडे बहुत ही प्यारे वीर तुहाडे रूबरू होणगे थोड़ी देर च खिड़ी दुपहर के प्रोग्राम दे विच। दस्तार कल्ला एक कपड़ा नहीं, दस्तार साडे लई सारा कुछ है। जे सिर ते दस्तार नहीं ते जग ते राज नहीं। सियाणे कहंदे आ जेब च 1 रुपया ना होवे फिर भी जे पग बन्नी होवे ना ते लोग बड़े प्यार नाल ये पुछदे ने, सरदार जी की हाल चाल है। अज असी जिहड़ी दस्तार सजा रहे हैं ये बहुत सिंपल ते एक सधारण पग जिन्नू असी कह दिंदे आ। कोशिश ये हुंदी आ कि आपां दस्तार नूं किवें रखना, सिर ते किवें बन्नना, ये ट्रिकां तुहानूं अज थोड़ी देर च असी दिखावांगे। साडे नाल जिहड़े वीर आ तुहाडे सारिआं दे हरमन प्यारे ने, बड़ी महाराज दी बख्शिश वीर ते। कहंदे आ ना कि जदों दस्तार सजा रहे होइए ना दूजे भरा दे सिर ते उस टाइम ते यही फीलिंग आती है कि काश मैं भी बन सकदा। बड़े मेरे वीर ने ਜਿਹੜੇ ਮੈਨੂੰ ਕਹਿ ਦਿੰਦੇ ਆ ਭਾਜੀ ਸਾਡੇ ਤੋਂ ਪੱਗ ਨਹੀਂ ਬੰਨ ਹੁੰਦੀ, ਪਰ ਮੈਨੂੰ ਇਹ ਗੱਲ ਕਹਿਣ ਨੂੰ ਬਿਲਕੁਲ ਵੀ ਝਿਜਕ ਨਹੀਂ। ਪੱਗ ਸਾਰੇ ਬੰਨ ਸਕਦੇ ਆ, ਬਸ ਇੱਕ ਤੁਹਾਡੇ ਅੰਦਰ ਬੰਨਣ ਦਾ ਹੁਨਰ ਹੋਣਾ ਚਾਹੀਦਾ। ਪੱਗ ਦਾ ਸਾਈਜ਼ ਹਮੇਸ਼ਾ ਤੁਹਾਡੇ ਅਕੋਰਡਿੰਗ ਟੂ फेस, अकॉर्डिंग टू तुहाडी हाइट ते अकॉर्डिंग कि तुसी कपड़ा किहड़ा लैंदे हो। जिहड़ा सब तो ज़्यादा जरूरी है भी तुसी कपड़ा किहड़ा लैंदे हो। जे तुहाडा कपड़ा पग दा सही आ तो फिर तुसी ये हिसाब लाओ कि पग दा लड़ कदी थोड़ेगा नहीं। ਅਸੀਂ ਕੁछ ਕੁ ਗਲਤੀਆਂ ਜਿਹੜੀਆਂ ਕਰਦੇ ਹਾਂ ਉਹ ਵੀ ਤੁਹਾਨੂੰ ਅੱਜ ਦੱਸਾਂਗੇ ਜਦੋਂ ਭਾਜੀ ਹੋਣੀ ਪੁੱਛਣਗੇ ਗੱਲਾਂ, ਜਿੱਦਾਂ ਮੋਟੀ ਮੋਟੀ ਗਲਤੀਆਂ ਕਿ ਪੱਗ ਦਾ ਲੜ ਕਿਉਂ ਛੋਟਾ ਪੈਂਦਾ ਆ ਉੱਤੇ ਦੇਖੋ ਭਾਜੀ। ਸੋ ਉਹ ਤੁਹਾਡੇ ਨਾਲ ਰੂਬਰੂ ਕਰਾਂਗੇ ਗੱਲਾਂ, ਉਦੋਂ ਤੱਕ ਬਣੇ ਰਹੋ ਸਾਡੇ ਨਾਲ। ਛੋਟਾ ਪੈਂਦਾ ਆ ਫੜੇ ਭਾਜੀ। सो पग दा जिहड़ा लड़ आ कई बारी छोटा आ जाता। क्यों छोटा आ जाता है ਉਹਦਾ रीज़न भी मैं ਤੁਹਾਨੂੰ डिटेल च दसांगा। ਅਸੀਂ ਜਿਹੜੀ ਜਦੋਂ पग खरीदते हाँ ਅਸੀਂ 2 गलतियां हमेशा कर जन्ने आ। पग नूं या तो 1.5 ਲੈ ਲੈਂਦੇ ਆ ਜਾਂ 1.25 ਲੈ ਲੈਂਦੇ ਆ, पर हकीकत ये आ पग हमेशा पूरे मीटर च लेनी चाहिए है, ना वड्डी ना छोटी होवे। मैनू बहुत खुशी हो रही है कि अज यूपा सिटी दे विच आके गुरु साहब दीयां खुशियां, गुरु साहब दे बख्शे हुए ताज की सेवा करन दा मौका मिल रहा है। पग तां हर एक इंसान दे सिर ते जचदी है, चाहे वो जिद्दां दा भी होवे। ते असीं कोशिश कर रहे हैं कि कुछ सिख सकीए तुहाडे कोलों ते कोई वधिया जिहा गुण लै सकीए दस्तार दे बारे। मैं तो जदों मैनू हरकिरत वीरे ने कहा मैं तो मैनू तो बड़ा फील होया कि मेरे तो हुंदा ही नहीं, क्योंकि मैं आप हले सिखदा आ। बस कोशिश करी दी आ,
ਤੇ ਜਿੱਦਾਂ ਹੁਣ ਪੇਚ ਭਾਵੇਂ ਛੋਟਾ ਵੀ ਆ ਜਾਏ ਕੋਈ ਗੱਲ ਨਹੀਂ, ਤੇ ਆਪਾਂ ਇਸੇ ਪੇਚ ਨੂੰ ਆਪਾਂ ਅਖੀਰਲਾ ਪੇਚ ਬਣਾ ਦਿੰਦੇ ਆ ਹਾਲ ਦੀ ਘੜੀ। ਬਾਅਦ ਚੋਂ ਮੇਰੀ ਬੇਨਤੀ ਹੈ ਵੀਰ ਜੀ ਨੂੰ ਕਿ ਸਿਰ ਉੱਚਾ ਰੱਖਣ ਥੋੜਾ ਜਿਹਾ, ਕਿਉਂਕਿ ਸੋ ਮੈਂ ਇਸ ਪੱਗ ਨੂੰ ਜਿਹੜੀ ਆ ਪੱਗ ਬੰਨੀ ਆ ਸਿੰਪਲ ਪੱਗ ਆ। ਥੋੜੀ ਦੇਰ 'ਚ ਹੀ ਤੁਹਾਡੇ ਰੂਬਰੂ ਹੋਣਗੇ ਭਾਜੀ ਹੋਣੀ, ਤੇ ਉਹ ਆਪ ਦੱਸਣਗੇ ਕਿ ਇਹ ਜਿਹੜੀ ਪੱਗ ਆ ਸਿੰਪਲ ਪੱਗ ਅਸੀਂ ਬੰਨੀ ਆ। ਮੈਂ ਐਂਡ ਦੇ ਵਿੱਚ ਵੀਰੇ ਹੋਣਾ ਦੇ ਜਿਹੜੀ ਦਸਤਾਰ ਸਜਾਣੀ ਆ ਡਿਫਰੈਂਟ ਸਟਾਈਲ 'ਚ, ਉਹ ਆਪਾਂ ਤੁਹਾਨੂੰ ਦੱਸਾਂਗੇ ਕਿਹੜੀ ਆ ਭਲਾ। ਉਹ ਹਾਲੇ ਨਹੀਂ, ਉਹ ਹੈ ਸੋ ਇੱਥੇ ਆਪਾਂ ਬ੍ਰੇਕ ਲੈਂਦੇ ਆ। ਸੋ ਬ੍ਰੇਕ 'ਚ ਫਿਰ ਆਪਾਂ ਮਿਲਦੇ ਆ ਬਾਅਦ 'ਚੋਂ, ਤੇ ਜਾਨੂੰ ਆਪਾਂ ਬਾਈ ਜੀ ਹੁਣਾਂ ਦਾ ਸਿਰ ਢੱਕ ਲਈਏ। ਸਵਾਗਤ ਆ ਜੀ ਤੁਹਾਡਾ ਇੱਕ ਵਾਰੀ ਫੇਰ ਤੋਂ ਖਿੜੀ ਦੁਪਹਿਰ 'ਚ। ਸੋ ਦਸਤਾਰ ਸੱਜ ਕੇ ਤਿਆਰ ਹੋ ਗਈ ਆ। ਦੇਖਦੇ ਆ ਜੀ ਤੁਹਾਡੇ ਕੌਣ ਆ ਹਰਮਨ ਪਿਆਰੇ। ਪੱਗ ਦੇਖਣ ਨੂੰ ਕਪੜਾ ਹੀ ਲੱਗਦਾ ਏ, ਰੰਗ ਦਈਏ ਤਾਂ ਹੋਰ ਵੀ ਜੱਚਦਾ ਏ। ਐ ਪਰ ਟੌਰ ਬਣਦੀ ਇਸ ਦੀ ਉਸ ਵੇਲੇ ਜਦੋਂ ਪੱਗ ਬਣ ਕੇ ਸਿਰ ਤੇ ਵੱਜਦਾ ਏ। ਬਿਨਾਂ ਪੱਗ ਦੇ ਕਾਦੀ ਪਹਿਚਾਣ ਹੁੰਦੀ, ਹੋਵੇ ਆਦਮੀ ਲੱਖ ਹਜ਼ਾਰ ਜਾਂਦਾ। ਲੱਖਾਂ ਵਿੱਚੋਂ ਇੱਕੋ ਹੀ ਪੱਗ ਵਾਲਾ, ਲੋਕ ਹੀ ਆਖਦੇ ਉਹ ਸਰਦਾਰ ਜਾਉਂਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਹੋਸਟ ਦੋਸਤ ਹਰਕੀਰਤ ਸਿੰਘ ਆਲੂਵਾਲੀਆ, ਤੇ ਅੱਜ ਇਸ ਖਿੜੀ ਦੁਪਹਿਰ ਪ੍ਰੋਗਰਾਮ ਦੇ ਤਹਿਤ ਕੋਸ਼ਿਸ਼ ਹੋ ਰਹੀ ਹੈ ਜੀ ਤੁਹਾਨੂੰ ਦਸਤਾਰ ਬਾਰੇ ਦੱਸਣ ਦੀ। ਔਰ ਸਾਡੇ ਨਾਲ ਮੌਜੂਦ ਨੇ ਸਿਮਰਜੀਤ ਸਿੰਘ ਜੀ, ਜੋ ਕਿ ਟਰਬਨ ਕੋਚ ਨੇ ਔਰ ਕੈਲੀਫੋਰਨੀਆ ਬੇਸਡ ਨੇ। ਔਰ ਜਦ ਟਰਬਨ ਕੋਚ ਦੀ ਗੱਲ ਹੁੰਦੀ ਹੈ ਤਾਂ ਇਹ ਦਸਤਾਰ ਅਤੇ ਰਫਤਾਰ ਦੋਨੋਂ ਹੀ ਬਹੁਤ ਵਧੀਆ ਤਰੀਕੇ ਨਾਲ ਫੜਦੇ ਹਨ। ਔਰ ਜਦ ਇਹ ਪੱਗ ਨੂੰ ਸਜਾਉਂਦੇ ਹਨ, ਇਸ ਦਸਤਾਰ ਨੂੰ ਸਾਡੇ ਸਰ ਤੇ ਸਜਾਉਂਦੇ ਹਨ, ਤਾਂ ਸਾਨੂੰ ਵਾਕਈ ਹੀ ਲੱਗਦਾ ਕਿ ਇੱਕ ਕਰਾਊਨ ਜਿਹੜਾ ਉਹ ਸਜ ਚੁੱਕਿਆ। ਔਰ ਅੱਜ ਵੱਖ-ਵੱਖ ਸਟਾਈਲ ਦੀ ਜਿਹੜੀ ਦਸਤਾਰ ਹੈ ਉਹਦੇ ਬਾਰੇ ਵੀ ਇਹ ਸਾਨੂੰ ਜਾਣਕਾਰੀ ਦੇਣਗੇ, ਤੇ ਨਾਲ ਇਹ ਦੱਸਣਗੇ ਕਿ ਕਿਵੇਂ ਗੁਰੂ ਸਾਹਿਬ ਨੇ ਇਸ ਦਸਤਾਰ ਦੇ ਬਾਰੇ, ਇਸ ਰਫਤਾਰ ਦੇ ਬਾਰੇ ਸਾਨੂੰ ਦੱਸਿਆ ਸੀਗਾ। ਪੱਗ ਦਾ ਇਤਿਹਾਸ ਕੀ ਹੈ, ਸਭ ਤੋਂ ਪਹਿਲਾਂ ਪੱਗ ਜਿਹੜੀ ਹੈ ਉਹ ਕਿਵੇਂ ਬੰਨੀ ਗਈ ਸੀਗੀ, ਔਰ ਅੱਜ ਵੱਖ-ਵੱਖ ਸਟਾਈਲ ਨੇ ਪੱਗਾਂ ਦੇ। ਭਾਵੇਂ ਉਹ ਪਟਿਆਲਾ ਸ਼ਾਹੀ ਪੱਗ ਹੋਵੇ, ਭਾਵੇਂ ਉਹ ਮੋਰਨੀ ਹੋਵੇ, ਭਾਵੇਂ ਉਹ ਵੱਟਾਂ ਵਾਲੀ ਪੱਗ ਹੋਵੇ, ਕਈ ਸਾਰੇ ਜਿਹੜੇ ਪੱਗਾਂ ਦੇ ਸਟਾਈਲਸ ਨੇ ਉਹ ਆ ਚੁੱਕੇ ਨੇ। ਸਿਮਰਜੀਤ ਸਿੰਘ ਹੋਰੀ ਇਸ ਬਾਰੇ ਦੱਸਣਗੇ ਵੀ ਔਰ ਸਾਨੂੰ ਜਾਣਕਾਰੀ ਵੀ ਦੇਣਗੇ। ਸਭ ਤੋਂ ਪਹਿਲਾਂ ਤੇ ਮੈਂ ਸਵਾਗਤ ਕਰਦਾ ਖੇੜੀ ਦੁਪਹਿਰ ਦੇ ਵਿੱਚ। ਯੁਵਾ ਸਿਟੀ ਦੇ ਵਿੱਚ ਬਹੁਤ ਹੀ ਖਾਸ ਅੱਜ ਜਿਹੜਾ ਮੌਸਮ ਹੈ ਉਹ ਵੀ ਬਣਿਆ ਹੋਇਆ, ਕਿਉਂਕਿ ਜਸ ਪੰਜਾਬੀ ਦੀ ਟੀਮ ਜਿਹੜੀ ਹੈ ਨਗਰ ਕੀਰਤਨ ਕਵਰ ਕਰਨ ਆਈ ਹੋਈ ਹੈ ਔਰ ਤੁਹਾਨੂੰ ਪਲ ਪਲ ਦੀ ਜਾਣਕਾਰੀ ਦੇ ਰਹੀ ਹੈ। ਅੱਜ ਸਾਡਾ ਦੂਜਾ ਦਿਨ ਹੈ ਔਰ ਦੂਜੇ ਦਿਨ ਦੇ ਇਸ ਦੂਜੇ ਐਪੀਸੋਡ ਖੇੜੀ ਦੁਪਹਿਰ ਦੇ ਵਿੱਚ ਸਾਡੇ ਟਰਬਨ ਕੋਚ ਸਿਮਰਜੀਤ ਸਿੰਘ ਹੋਰੀ ਸਾਡਾ ਸਾਥ ਦੇਣਗੇ। ਹਾਊ ਆਰ ਯੂ ਸਿਮਰ? ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਤਾਂ ਧੰਨਵਾਦ ਹੈ ਜੀ ਤੁਹਾਡੀ ਸਾਰੀ ਸਮੁੱਚੀ ਟੀਮ ਦਾ, ਖਾਸ ਕਰਕੇ ਹਰਕੀਰਤ ਵੀਰੇ ਦਾ। ਇਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕੀਤਾ ਨਿਊਯਾਰਕ ਤੋਂ ਕਿ ਦਸਤਾਰ ਬਾਰੇ ਇਹਨਾਂ ਨੇ ਮੈਨੂੰ ਦਸਤਾਰ ਕੋਚ ਕਿਹਾ, ਪਰ ਮੈਂ ਸੱਚੀ ਕੁਛ ਇੱਦਾਂ ਦਾ ਦਸਤਾਰ ਕੋਚ ਨਹੀਂ ਹੱਲੇ ਹੈਗਾ। ਮੈਂ ਆਪ ਇਹਨਾਂ ਤੋਂ ਸਿੱਖਣ ਆਇਆ ਆ। ਪਰ ਥੈਂਕ ਯੂ ਤੁਹਾਡੀ ਸਾਰੀ ਸਮੁੱਚੀ ਟੀਮ ਦਾ, ਬਹੁਤ ਅੱਛਾ ਲੱਗ ਰਿਹਾ। ਅੱਜ ਮੌਕਾ ਮਿਲਿਆ ਪਹਿਲੀ ਵਾਰੀ ਅਮਰੀਕਾ ਦੇ ਵਿੱਚ ਦਸਤਾਰ ਨੂੰ ਐਕਚੁਅਲ ਤਰੀਕੇ ਨਾਲ ਰਿਪਰੈਜ਼ੈਂਟ ਕਰਨ ਦਾ। ਸੋ ਧੰਨਵਾਦ ਹੈ ਜੀ ਤੁਹਾਡਾ ਬਹੁਤ ਬਹੁਤ। ਸਿਮਰ, ਤੁਸੀਂ ਕਈ ਵਾਰੀ ਟਰਬਨ ਕੰਪੀਟੀਸ਼ਨਸ ਦੇ ਵਿੱਚ ਵੀ ਐਜ਼ ਐਨ ਟਰਬਨ ਜੰਜ ਵਜੋਂ ਜਾ ਚੁੱਕੇ ਹੋ ਔਰ ਜਿਹੜੀ ਸਾਡੀ ਯੰਗ ਜਨਰੇਸ਼ਨ ਉਹਨਾਂ ਨੂੰ ਸਿਖਾਉਂਦੇ ਹੋ। ਇਹ ਪੱਗ ਦਾ ਇਤਿਹਾਸ ਕਿੱਥੋਂ ਸ਼ੁਰੂ ਹੋਇਆ ਸੀਗਾ ਔਰ ਜਿਹੜੀ ਸੁੱਚੀ ਪੱਗ ਹੈਗੀ ਹੈ, ਕੱਲ ਅਸੀਂ ਗੱਲ ਕਰ ਰਹੇ ਸੀਗੇ ਉਹਦੇ ਬਾਰੇ, ਉਹ ਕੀ ਹੁੰਦੀ ਹੈ? ਸੋ ਦਸਤਾਰਾਂ ਬਹੁਤ ਨੇ, ਮੈਂ ਥੋੜਾ ਜਿਹਾ ਇਹਦੇ ਬਾਰੇ ਡਿਟੇਲ 'ਚ ਦੱਸਣਾ ਚਾਹੁੰਦਾ ਕਿ ਛੇਵੇਂ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਇਹ ਦਸਤਾਰ ਦੀ ਅਹਿਮੀਅਤ ਦੱਸੀ ਸੀਗੀ, ਮੀਰੀ ਪੀਰੀ ਦੇ ਮਾਲਕ। ਦਸਤਾਰ ਜਿਹੜਾ ਦਸਤਾਰ ਵਰਡ ਹੈ ਫਾਰਸੀ ਦਾ ਵਰਡ ਹੈ। ਸੋ ਦਸਤਾਰ ਦਾ ਮਹਾਰਾਜ ਹੁੰਦੇ ਸੀਗੇ ਵੀ ਜਿਹੜਾ ਮੇਰਾ ਸਿੰਘ ਸਜਾਊਗਾ ਤੇ ਦੋਨੋਂ ਪਾਸੇ ਲੜ ਹੋਣਗੇ, ਜਿਹਨੂੰ ਸੁੱਚੀ ਦਸਤਾਰ ਕਿਹਾ ਜਾਂਦਾ, ਜਿਹਨੂੰ ਆਪਾਂ ਦਰਬਾਰ ਸਾਹਿਬ ਦੇ ਜਿਹੜੇ ਸਾਡੇ ਸਿੰਘ ਨੇ ਉਹ ਸਜਾਉਂਦੇ ਆ। ਇਸ ਪੱਗ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਹਨੂੰ ਇੱਕ ਤੇ ਭਾਜੀ ਬਿਲਕੁਲ ਵੀ ਮੂੰਹ 'ਚ ਨਹੀਂ ਪਾਇਆ ਜਾਂਦਾ ਲੜ, ਤੇ ਇਹ ਬੜੀ ਸਿੰਪਲ ਤਰੀਕੇ ਨਾਲ ਦਸਤਾਰ ਸਜਾਈ ਜਾਂਦੀ ਆ। ਸੋ ਇਹ ਦਸਤਾਰ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਦਸਤਾਰ। ਦੁਨਿਆਵੀ ਦਸਤਾਰਾਂ ਬਾਰੇ ਜਿਹਨੂੰ ਅਸੀਂ ਕਹਿ ਦਿੰਦੇ ਆ ਐਜ਼ ਏ
ਪਟਿਆਲਾ ਸ਼ਾਹੀ ਹੋ ਗਈ, ਵੱਟਾਂ ਵਾਲੀ ਹੋ ਗਈ, ਜਾਂ ਮੋਰਨੀ ਦਸਤਾਰ ਹੋ ਗਈ, ਪੋਚਮੀ ਦਸਤਾਰ ਹੋ ਗਈ, ਇਹ ਅਸੀਂ ਦੁਨਿਆਵੀ ਨਾਮ ਦਿੱਤੇ ਹੋਏ ਆ। ਪਰ ਜਿਹੜੀ ਐਕਚੁਅਲ ਦਸਤਾਰ ਆ ਉਹ ਸੁੱਚੀ ਦਸਤਾਰ ਜਿਹੜੀ 6ਵੇਂ ਪਾਤਸ਼ਾਹ ਵੱਲੋਂ ਸਾਨੂੰ ਬਖਸ਼ੀ ਹੋਈ ਦਸਤਾਰ ਆ। ਸੋ ਜਦ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਤਾਂ ਤੁਸੀਂ ਵੇਖਦੇ ਹੋ ਉੱਥੇ ਜਿਹੜੇ ਕੀਰਤਨੀਏ ਨੇ ਜਾਂ ਫਿਰ ਹਜੂਰੀ ਰਾਗੀ ਨੇ, ਉਹਨਾਂ ਦਾ ਜਿਹੜਾ ਸਟਾਈਲ ਹੈ ਦਸਤਾਰ ਬੰਨਣ ਦਾ ਉਹ ਬਹੁਤ ਡਿਫਰੈਂਟ ਹੁੰਦਾ। ਉਹਨੂੰ ਸੁੱਚੀ ਦਸਤਾਰ ਜਿਹੜਾ ਬਕਾਇਦਾ ਤੌਰ ਤੇ ਕਿਹਾ ਜਾਂਦਾ ਔਰ ਇਹ ਇਹਦਾ ਇਤਿਹਾਸ ਹੈਗਾ। ਔਰ ਇਸ ਪੱਗ ਦੇ ਲਈ ਮੈਨੂੰ ਲੱਗਦਾ ਕਿ ਸਿਮਰ ਵੀਰੇ, ਜਿੱਥੇ ਸਾਡੇ ਗੁਰੂ ਸਾਹਿਬਾਨਾਂ ਨੇ ਜੰਗ ਵੀ ਲੜੀਆਂ, ਕਹਿੰਦੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਔਰ ਮੈਨੂੰ ਲੱਗਦਾ ਹੈ ਸਿੱਖੀ ਸਿਦਕ ਦੇ ਵਿੱਚ ਸਭ ਤੋਂ ਪਹਿਲਾਂ ਸਾਡੀ ਯੂਨੀਫਾਰਮ ਦੇ ਵਿੱਚ ਦਸਤਾਰ ਹੀ ਹੈ, ਜਿਹਦੀ ਅਹਿਮੀਅਤ ਵਰਲਡ ਵਾਈਡ ਵੀ ਹੈ। ਔਰ ਮੈਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਨਾ, ਅੱਜ ਕੱਲ ਬਹੁਤ ਡਿਫਰੈਂਟ ਸਟਾਈਲ ਆ ਗਏ ਨੇ, ਔਰ ਘਰ ਦੇ ਵਿੱਚ ਜਿਹੜੇ ਨੌਜਵਾਨ ਨੇ, ਭਾਵੇਂ ਤੁਸੀਂ ਉਹਨਾਂ ਦੇ ਮਦਰ ਹੋ ਜਾਂ ਸਿਸਟਰ ਹੋ ਜਾਂ ਫਿਰ ਤੁਸੀਂ ਉਹਨਾਂ ਦੇ ਬ੍ਰਦਰ ਹੋ, ਜੋ ਵੀ ਘਰ ਦੇ ਵਿੱਚ ਦਸਤਾਰ ਬਣਦੇ ਹਨ ਜਾਂ ਫਿਰ ਬਣਨਾ ਚਾਹੁੰਦੇ ਹਨ, ਜਾਂ ਫਿਰ ਉਹ ਕਦੀ ਕਵਾਰ ਐਕਸਕਿਊਜ਼ ਲੱਭਦੇ ਹਨ ਕਿ ਸਾਨੂੰ ਬਣਨੀ ਨਹੀਂ ਆਉਂਦੀ, ਉਹਨਾਂ ਦੇ ਲਈ ਇਹ ਜਾਣਕਾਰੀ ਬੜੀ ਇੰਪੋਰਟੈਂਟ ਹੈ, ਕਿਉਂਕਿ ਦੁਪਹਿਰ ਬਹੁਤ ਖਿੜੀ ਹੈ ਔਰ ਇਸ ਖਿੜੀ ਦੁਪਹਿਰ ਦੇ ਵਿੱਚ ਇਹ ਜਾਣਕਾਰੀ ਵੀ ਲੈਣੀ ਤੁਹਾਡੇ ਲਈ ਬੇਹੱਦ ਇੰਪੋਰਟੈਂਟ ਹੈ ਕਿ ਕਿਵੇਂ ਤੁਸੀਂ ਦਸਤਾਰ ਦੇ ਨਾਲ ਜੁੜ ਸਕਦੇ ਹੋ। ਔਰ ਡਿਫਰੈਂਟ ਕਲਰਸ ਨੇ, ਇੰਨੇ ਕਲਰਸ ਨੇ ਕਾਊਂਟਲੈਸ, ਕਿ ਤੁਸੀਂ ਕੋਈ ਵੀ ਕਲਰ ਬੰਨੋਗੇ ਤੁਹਾਡੇ ਆਊਟਫਿਟ ਦੇ ਨਾਲ ਮੈਚ ਵੀ ਕਰੇਗਾ। ਔਰ ਜਦ ਤੁਸੀਂ ਬਾਹਰ ਨਿਕਲੋਗੇ ਤਾਂ ਕੱਲੇ 'ਚ ਤੁਸੀਂ ਪਛਾਣੇ ਵੀ ਜਾਓਗੇ ਕਿ ਹਾਂ ਵਾਕਈ ਇਹ ਜਿਹੜਾ ਸਰਦਾਰ ਜਾ ਰਿਹਾ ਕਿੱਥੇ ਨਾ ਕਿਤੇ ਜਾ ਕੇ ਅਸਰਦਾਰ ਹੋਏਗਾ। ਬਿਲਕੁਲ, ਜਿਵੇਂ ਹਰਕੀਰਤ ਵੀਰੇ ਨੇ ਸ਼ੁਰੂਆਤ ਕੀਤੀ ਸੀ ਗੱਲ ਦੀ, ਕਹਿੰਦੇ ਬਿਨਾਂ ਪੱਗ ਤੋਂ ਕਾਹਦੀ ਪਹਿਚਾਣ ਹੁੰਦੀ ਹੋਵੇ, ਆਦਮੀ ਲੱਖ ਹਜ਼ਾਰ ਜਾਂਦਾ, ਲੱਖਾਂ 'ਚ ਹੋਵੇ ਇੱਕ ਪੱਗ ਵਾਲਾ, ਲੋਕੀ ਆਖਦੇ ਉਹ ਵੇਖੋ ਸਰਦਾਰ ਜਾਂਦਾ। ਜਿਹੜੇ ਵੀਰ ਮੇਰੇ ਇਹ ਕਹਿ ਦਿੰਦੇ ਆ ਨਾ ਕਿ ਸਾਨੂੰ ਪੱਗ ਬੰਨਣੀ ਨਹੀਂ ਆਉਂਦੀ, ਤਾਂ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਤੁਸੀਂ ਮੈਨੂੰ ਕੰਟੈਕਟ ਕਰੋ, ਮੇਰਾ ਵਾਅਦਾ ਤੁਹਾਨੂੰ ਪੂਰੀ ਟ੍ਰੇਨਿੰਗ ਦੇਵਾਂਗੇ। ਪਰ ਐਕਸਕਿਊਜ਼ ਨਾ ਲਗਾਓ, ਕਿਉਂਕਿ ਆਪਾਂ ਐਕਸਕਿਊਜ਼ ਜ਼ਿਆਦਾ ਲਗਾਉਂਦੇ, ਸਾਡੇ ਕੋਲ ਟਾਈਮ ਨਹੀਂ ਆ, ਸਾਡੇ ਕੋਲ ਇੱਦਾਂ ਆ, ਸਾਡਾ ਉੱਦਾਂ ਆ। ਦਸਤਾਰਾਂ ਦੀ ਜੇ ਗੱਲ ਕਰੀਏ ਨਾ, ਜੇ ਅੱਜ ਦੀ ਡੇਟ 'ਚ ਦੇਖਿਆ ਜਾਏ, ਸਭ ਤੋਂ ਜ਼ਿਆਦਾ ਪ੍ਰਚਲਿਤ ਦਸਤਾਰ ਹੈਗੀ ਆ ਵੱਟਾਂ ਵਾਲੀ ਦਸਤਾਰ। ਤੁਸੀਂ ਉਹਨੂੰ ਜਿੱਦਾਂ ਦੇ ਮਰਜ਼ੀ ਸਟਾਈਲ 'ਚ ਬੰਨ ਲਓ, ਉਹ ਤੁਹਾਡੇ ਫੇਸ ਤੇ ਹਮੇਸ਼ਾ ਸੋਹਣੀ ਲੱਗੂਗੀ। ਜਿੰਨੇ ਵੀ ਆਰਟਿਸਟ ਨੇ, ਭਾਵੇਂ ਐਮੀ ਵਿਰਕ ਹੋਏ, ਦਲਜੀਤ ਦੋਸਾਂਝ ਹੋਏ ਜਾਂ ਫਿਰ ਤਰਸੇਮ ਜੱਸੜ ਹੋਏ, ਤੁਸੀਂ ਕਿਸੇ ਦਾ ਵੀ ਨਾਂ ਲਓ, ਅੱਜ ਕੱਲ ਵੱਟਾਂ ਵਾਲੀ ਪੱਗ ਦਾ ਜਿਹੜਾ ਫੈਸ਼ਨ ਹੈ ਬਹੁਤ, ਮੈਂ ਕਹਿੰਦਾ 9ਵੇਂ ਆਸਮਾਨ ਤੋਂ ਚੜਿਆ ਹੋਇਆ। ਬਿਲਕੁਲ, ਔਰ ਵੱਟਾਂ ਵਾਲੀ ਦਸਤਾਰ ਦੀ ਜਿਹੜੀ ਸ਼ੁਰੂਆਤ ਕਰਾਈ ਸੀਗੀ ਉਹ ਕਰਾਈ ਹੈ ਤਰਸੇਮ ਜੱਸੜ ਨੇ। ਉਹਨੂੰ ਹੀ ਵੇਖ ਕੇ, ਸਾਡੇ ਵੀਰ ਨੂੰ ਵੇਖ ਕੇ ਸਾਰਿਆਂ ਨੇ ਦਸਤਾਰ ਬੰਨਣੀ ਸ਼ੁਰੂ ਕਰਤੀ। ਦਸਤਾਰ ਇੱਕ ਬਹਾਨਾ ਨਹੀਂ, ਦਸਤਾਰ ਸਾਡੇ ਸਰੀਰ ਦਾ ਇੱਕ ਉਹ ਅੰਗ ਆ ਜਿਹਨੂੰ ਤੁਸੀਂ ਕਦੀ ਦੂਰ ਨਹੀਂ ਕਰ ਸਕਦੇ। ਹਰਕੀਰਤ ਵੀਰੇ ਨੂੰ ਵੀ ਚੰਗੀ ਤਰ੍ਹਾਂ ਇਹ ਗੱਲ ਮੇਰੇ ਬਾਰੇ ਪਤਾ ਹੈ ਕਿ ਕਿਸੇ ਟਾਈਮ ਤੇ ਮੈਂ ਵੀ ਇਸ ਚੀਜ਼ ਤੋਂ ਦੂਰ ਸੀਗਾ, ਪਰ ਅੱਜ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਕੋਈ ਇਹ ਕਹਿੰਦਾ ਕਿ ਭਾਜੀ ਅਸੀਂ ਤੁਹਾਨੂੰ ਦੇਖ ਕੇ ਦਸਤਾਰ ਬੰਨਣੀ ਸ਼ੁਰੂ ਕੀਤੀ ਆ, ਤੁਹਾਡੇ ਕੋਲੋਂ ਅਸੀਂ ਦਸਤਾਰ ਸਿੱਖਦੇ ਪਏ ਆ। ਦਸਤਾਰ ਬਾਰੇ ਅਗਰ ਅੱਜ ਸ਼ੁਰੂ ਕਰੀਏ ਨਾ, ਗੱਲਾਂ ਬਹੁਤ ਨੇ ਪਰ ਟੌਪਿਕ ਖਤਮ ਨਹੀਂ ਹੋ ਸਕਦਾ। ਜਿਹੜੇ ਮੇਨ ਸਟਾਈਲ ਆ, ਅੰਮ੍ਰਿਤਸਰ ਸ਼ਾਹੀ ਜਿਹਨੂੰ ਆਪਾਂ ਡਬਲ ਲੜੀ ਪੱਗ ਕਹਿ ਦਿੰਦੇ ਆ। ਹੁਣ ਮੈਂ ਹਲੇ ਵੀਰੇ ਨੂੰ ਹੱਸਦਾ ਸੀਗਾ, ਸਾਡੀ ਗੱਲ ਚੱਲਦੀ ਸੀ, ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਆਪਾਂ ਕਿੰਨੇ ਕੁ ਮੀਟਰ ਦੀ ਪੱਗ ਬੰਨ ਲੈਂਦੇ ਆ, ਤੇ ਇਹ ਆਪਣੇ ਵੱਲੋਂ ਅੰਦਾਜ਼ੇ ਲਾਉਣ ਲੱਗੇ। ਮੈਂ ਆਪਣੇ ਵੱਲੋਂ ਪ੍ਰੋਪਰ ਪੱਗ, ਮੈਂ ਆਪਣੀ 9 ਮੀਟਰ ਦੀ ਮੇਰੀ ਪੱਗ ਆ, 9 ਮੀਟਰ ਦੀ ਮੇਰੀ ਪੱਗ ਆ। 9 ਮੀਟਰ ਦੇ ਨਾਲ ਥੱਲੇ ਦੇ ਜਿਹੜਾ ਪਰਨਾ ਬੰਨਿਆ 2.5 ਮੀਟਰ ਦਾ ਪਰਨਾ ਬੰਨਿਆ ਹੋਇਆ। ਸੋ ਇਹ ਸਾਡੇ ਤੇ ਡਿਪੈਂਡ ਆ ਅਸੀਂ ਪੱਗ ਕਿੱਦਾਂ ਸਜਾਣੀ ਆ। ਸੋ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਵੱਖਰੇ ਸਟਾਈਲ ਦੱਸਾਂਗੇ। ਜਿਹੜਾ ਆਹ ਸਟਾਈਲ ਸਜਾਇਆ ਇਹਨੂੰ ਬਿਲਕੁਲ ਸਿੰਪਲ ਇੱਕ ਨੋਰਮਲ ਸਟਾਈਲ ਅਸੀਂ ਕਹਿ ਦਿੰਦੇ ਆ। ਇਹਦੇ ਨਾਲ ਆਪਾਂ ਤੁਹਾਨੂੰ ਅੱਜ ਵੱਟਾਂ ਵਾਲੀ ਦਸਤਾਰ, ਸੈਮੀ ਪਟਿਆਲਾ ਸ਼ਾਹੀ ਤੇ ਪੋਚਮੀ ਦਸਤਾਰ ਬਾਰੇ ਜ਼ਰੂਰ ਨੌਲੇਜ ਦਵਾਂਗੇ। ਬਿਲਕੁਲ, ਔਰ ਕਈ ਸਾਰੇ ਸਟਾਈਲ ਹੋਣਗੇ ਔਰ ਅੱਜ ਇੱਕ ਐਵੇਂ ਦੀ ਵੀ ਕਲਾ ਤੁਹਾਨੂੰ ਦਿਖਾਵਾਂਗੇ ਅਸੀਂ ਸਿਮਰ ਵੀਰੇ ਹੋਰਾਂ ਦੀ ਕਿ ਤੁਹਾਨੂੰ ਵੇਖ ਕੇ ਬਹੁਤ ਹੀ ਮਨ ਖੁਸ਼ ਹੋਏਗਾ। ਉਹ ਸਸਪੈਂਸ ਰੱਖਿਆ ਹੋਇਆ ਸੀ। ਤੁਸੀਂ ਆਪਣੇ ਟੀਵੀ ਸੈੱਟ ਨੂੰ, ਚੈਨਲ ਨੂੰ ਚੇਂਜ ਨਹੀਂ ਕਰਨਾ, ਕਿਉਂਕਿ ਅੱਜ ਜਿਹੜਾ ਤੁਹਾਨੂੰ ਕਲਾ ਦਿਖਾਉਣ ਜਾ ਰਹੇ ਹਾਂ ਉਹ ਮੈਨੂੰ ਲੱਗਦਾ ਕਿ ਤੁਸੀਂ ਕਿੱਥੇ ਵੀ ਨਹੀਂ ਵੇਖੀ ਹੋਣੀ। ਔਰ ਉਹ ਅਜਿਹੀ ਕਲਾ ਹੈਗੀ ਹੈ ਕਿ ਕਈਆਂ ਨੇ, ਗੁਰੂ ਸਾਹਿਬ ਨੇ ਉਹਨਾਂ ਦੇ ਅੰਦਰ ਇਸ ਗੱਲ ਦੀ ਮੈਂ ਕਹਾਂਗਾ ਕਿ ਉਹਨਾਂ ਨੂੰ ਬਖਸ਼ਿਸ਼ ਕੀਤੀ ਹੋਈ ਹੈ ਕਿ ਉਹ ਅਜਿਹਾ ਕੰਮ ਕਰ ਸਕਦੇ ਹਨ, ਜੋ ਕਿ ਅੱਜ ਸਿਮਰ ਵੀਰਾ ਕਰਕੇ ਦਿਖਾਊਗਾ। ਔਰ ਜਿਵੇਂ ਅਸੀਂ ਦੱਸ ਰਹੇ ਸੀਗੇ ਕਿ ਭਾਵੇਂ ਲੱਖ ਲੋਕ ਨਿਕਲਦੇ ਹੋਣ, ਉਹਨਾਂ ਦੇ ਵਿੱਚ ਅਗਰ ਕੋਈ ਇੱਕ ਵੀ ਕੱਲਾ ਹੋਏ ਜਿਹਨੇ ਦਸਤਾਰ ਸਜਾਈ ਹੋਏ ਤਾਂ ਉਹਨੂੰ ਦੂਰੋਂ ਹੀ ਪਛਾਣ ਲਿਆ ਜਾਂਦਾ। ਔਰ ਜੇਕਰ ਤੁਸੀਂ ਦਸਤਾਰ ਸਜਾ ਕੇ ਯੂਬਾ ਸਿਟੀ ਦੇ ਨਗਰ ਕੀਰਤਨ 'ਚ ਆਉਂਗੇ ਤਾਂ ਠੀਕ ਸਾਡੇ ਪਿੱਛੇ ਤੁਸੀਂ ਵੇਖ ਰਹੇ ਹੋ ਸਾਡਾ ਬੂਥ ਵੀ ਲੱਗਿਆ ਹੋਇਆ। ਸਾਨੂੰ ਆ ਕੇ ਮਿਲਿਓ ਵੀ, ਸਾਨੂੰ ਹੈਲੋ ਵੀ ਕਰਿਓ। ਅਸੀਂ ਤੁਹਾਡਾ ਨਿੱਘਾ ਸਵਾਗਤ ਵੀ ਕਰਾਂਗੇ, ਤੁਹਾਨੂੰ ਵੀ ਇੰਟਰਵਿਊ ਕਰਾਂਗੇ, ਪੁੱਛਾਂਗੇ ਕਿੱਥੋਂ ਆਏ ਹੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕਰਕੇ ਲੈ ਜਾ ਰਹੇ ਹੋ, ਕਿਵੇਂ ਮਹਿਸੂਸ ਕਰ ਰਹੇ ਹੋ। ਦੁਪਹਿਰ ਇੱਥੇ ਬਹੁਤ ਖਿੜੀ ਹੈ ਜੀ, ਵਾਕਈ ਹੀ ਖਿੜੀ ਦੁਪਹਿਰ ਦਾ ਬਹੁਤ ਆਨੰਦ ਆ ਰਿਹਾ। ਇੰਨੇ ਲੰਗਰ ਜਿਹੜੇ ਨੇ, ਡਿਫਰੈਂਟ ਇਨਗਰੀਡੀਐਂਟ, ਡਿਫਰੈਂਟ ਵੈਰਾਈਟੀ ਮੈਂ ਕਹਾਂਗਾ।
ਉਹ ਲੰਗਰ ਦੇ ਵਿੱਚ ਇੱਥੇ ਮੌਜੂਦ ਨੇ। ਭਾਵੇਂ ਕੱਲ ਸ਼ਾਮ ਦੀ ਗੱਲ ਕਰ ਲਈਏ ਤਾਂ ਪਹਿਲੀ ਵਾਰ ਸਿਮਰ ਵੀਰੇ ਮੈਂ ਵੇਖਿਆ ਕਿ ਜਿਹੜਾ ਅਸੀਂ ਇੰਪੋਸੀਬਲ ਵੂਪਰ ਖਾਂਦੇ ਆ ਨਾ ਵੈਜੀਟੇਰੀਅਨ, ਉਹ ਸਾਨੂੰ ਇੱਥੇ ਮਿਲ ਰਿਹਾ ਸੀਗਾ। vegetarian patty with fries and then you have different stalls for chana bhatura, bread pakoda, ਗੋਲ ਗੱਪੇ, ਭੱਲੇ ਪਾਪੜੀ, ਤੁਸੀਂ ਅੰਦਰ ਚਲੇ ਜਾਓ ਰਾਜਮਾ ਚੌਲ, ਕੜੀ ਚੌਲ, you name it they have it। ਬਿਲਕੁਲ। ਸੋ ਤੁਹਾਨੂੰ ਆਉਣਾ ਪੈਣਾ ਹੈ ਔਰ ਇਸ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਆਨੰਦ ਲੈਣੇ ਪੈਣੇ। ਦੁਪਹਿਰ ਬਹੁਤ ਖਿੜੀ ਹੈ, ਜਾਇਓ ਕਿੱਥੇ ਨਾ, ਸਿਰਫ ਇੱਕ ਬ੍ਰੇਕ ਲਈ ਰੁਕ ਰਹੇ ਹਾਂ। ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੁਹਾਨੂੰ ਕਲਾ ਵੀ ਦਿਖਾਵਾਂਗੇ ਔਰ ਇੱਕ ਡਿਫਰੈਂਟ ਸਟਾਈਲ ਵੀ ਦਿਖਾਵਾਂਗੇ ਪੱਗ ਦਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਖਿੜੀ ਦੁਪਹਿਰ ਦੇ ਵਿੱਚ, ਤੇ ਗੱਲ ਅੱਜ ਹੋ ਰਹੀ ਹੈ ਦਸਤਾਰ, ਰਫਤਾਰ ਤੇ ਸਰਦਾਰ ਦੀ। ਤੇ ਕਿਵੇਂ ਇਹ ਤਿਵੇਂ ਜਿਹੜੇ ਤਿੰਨੋਂ ਨੇ ਉਹ ਇਸ ਗੱਲ ਨੂੰ ਅਮਲੀ ਜਾਮਾ ਪਹਿਨਾ ਰਹੇ ਨੇ ਯੂਬਾ ਸਿਟੀ ਸਿੱਖ ਟੈਂਪਲ ਦੇ ਵਿੱਚ। ਹੁਣ ਜਿਹੜੇ ਸਿਮਰ ਵੀਰੇ ਨੇ ਉਹ ਦਸਤਾਰ ਬਣਨਗੇ ਸਾਡੇ ਮੁੱਖ ਸੇਵਾਦਾਰ ਸਰਬਜੀਤ ਸਿੰਘ ਤਿਆੜਾ ਹੋਰਾਂ ਦੇ। ਔਰ ਜਿਹੜਾ ਇਹ ਸਟਾਈਲ ਹੈ, ਇਹ ਸਟਾਈਲ ਜਿਹੜਾ ਕਿਸ ਤਰੀਕੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਘਰ ਵੀ ਕਰ ਰਿਹਾ ਔਰ ਡਿਫਰੈਂਟ ਸਟਾਈਲ ਹੈ। ਹਰ ਕੋਈ ਇਸ ਸਟਾਈਲ ਨੂੰ ਬਣਨਾ ਚਾਹੁੰਦਾ, ਭਾਵੇਂ ਉਹ ਐਮੀ ਵਿਰਕ ਹੋਏ, ਦਿਲਜੀਤ ਦੋਸਾਂਝ ਹੋਏ, ਜਾਂ ਫਿਰ ਤੁਸੀਂ ਕਿਸੇ ਵੀ ਆਰਟਿਸਟ ਦਾ ਨਾਂ ਲਿਓ, ਉਹ ਅੱਜ ਇਹ ਸਟਾਈਲ ਹਰ ਘਰ ਦੇ ਵਿੱਚ ਜਾ ਰਿਹਾ। ਸੋ ਮੈਂ ਚਾਹੂੰਗਾ ਕਿ ਸਿਮਰ ਵੀਰੇ ਇਸ ਸਟਾਈਲ ਨੂੰ ਬਣਨ, ਨਾਲ ਗੱਲ ਵੀ ਕਰਦੇ ਰਵਾਂਗੇ। ਬਿਲਕੁਲ ਜੀ ਭਾਜੀ, ਆਹ ਪੱਲਾ ਮੂੰਹ ਚ ਰੱਖ ਲਓ। ਕਿਹੜਾ ਸਟਾਈਲ ਹੈ ਜੀ ਇਹ? ਸੋ ਇਹ ਭਾਜੀ ਨੇ ਸਪੈਸ਼ਲੀ ਰਿਕੁਐਸਟ ਕੀਤੀ ਆ 1.5 ਮਿੰਟ, ਤੇ 1.5 ਮਿੰਟ ਦੇ ਅੰਦਰ ਇੱਕੋ ਹੀ ਸਟਾਈਲ ਬਣ ਹੁੰਦਾ, ਉਹ ਆ ਵਲਾਣਾ। ਬਿਲਕੁਲ। ਸਵੇਰੇ ਸਵੇਰੇ ਤੁਹਾਨੂੰ ਕਾਲ ਆ ਗਈ ਕਿ ਮੀਟਿੰਗ ਹੈ ਜੀ, ਭਜਣਾ ਪੈਣਾ ਹੈ, ਤੇ ਤੁਹਾਡੇ ਕੋਲ 1.5-2 ਮਿੰਟ ਹੀ ਹੈਗੇ ਪੱਗ ਬਣਨ ਲਈ। ਸੋ ਇਸ ਪੱਗ ਨੂੰ ਆਪਾਂ ਬੜਾ ਐਫਰਟ ਨਹੀਂ ਦਿੰਦੇ ਹੁੰਦੇ, ਕਿਉਂਕਿ ਐਫਰਟ ਪੱਗ ਨੇ ਤੁਹਾਡੇ ਫੇਸ ਤੇ ਆਲਰੇਡੀ ਲਿਆ ਦੇਣਾ ਹੈ। ਮੈਂ ਕਦੀ ਵੀ ਆਫਿਸ ਲਈ ਲੇਟ ਹੋਣਾ, ਵੈਸੇ ਤਾਂ ਅਕਸਰ ਹੀ ਹੋਣਾ, ਮੈਂ ਹਮੇਸ਼ਾ ਇਹ ਬਹਾਨਾ ਦਿੰਦਾ ਕਿ ਮੈਂ ਪੱਗ ਬੰਨ ਰਿਹਾ, ਤੇ ਹੁਣ ਮੇਰੇ ਕੋਲ ਬਹਾਨਾ ਨਹੀਂ ਹੈਗਾ, ਕਿਉਂਕਿ ਇਹ 1.5 ਮਿੰਟ ਦੇ ਵਿੱਚ ਜਿਹੜੀ ਹੈ ਬੰਨੀ ਜਾ ਸਕਦੀ ਹੈ। ਮੈਨੂੰ ਕਈ ਮੇਰੇ ਵੀਰ ਪੁੱਛਦੇ ਹੁੰਦੇ ਆ ਕਿ ਨਾ ਭਾਜੀ ਤੁਸੀਂ ਵੱਲਾ ਵਾਲੀ ਪੱਗ 'ਚ ਵੀ ਇੰਨੀ ਸਫਾਈ ਕਿੱਥੋਂ ਲਿਆਉਂਦੇ ਹੋ। ਹੁਣ ਜੇ ਇਸ ਭਾਜੀ ਦੀ ਮੀਟਿੰਗ ਨਾ ਹੋਵੇ ਤਾਂ ਮੈਂ ਸਫਾਈ ਦਾ ਵੀ ਦਿਖਾ ਸਕਦਾ ਸੀਗਾ। ਨਹੀਂ, ਹੁਣ ਮੁੱਖ ਸੇਵਾਦਾਰ ਨੇ ਨਾ, ਸਾਰੀ ਜ਼ਿੰਮੇਵਾਰੀਆਂ ਇਹਨਾਂ ਦੇ ਮੋਢਿਆਂ ਤੇ ਹੀ ਹੈ, ਤੇ ਇਹਨਾਂ ਨੂੰ ਭਜਣਾ ਪੈ ਰਿਹਾ ਹਰ ਇੱਕ ਮੀਟਿੰਗ ਲਈ, ਕਿਉਂਕਿ ਹੁਣ ਪਾਰਕਿੰਗ ਦੀ ਵੀ ਫੈਸਿਲਿਟੀ ਪੂਰੀ ਕਰ ਲਈ ਗਈ ਹੈ। ਘੱਟੋ ਘੱਟ 20,000 ਗੱਡੀਆਂ ਆਰਾਮ ਨਾਲ ਜਿਹੜੀਆਂ ਉਹ ਲੋਕ ਆਉਣਗੇ ਤੇ ਪਾਰਕ ਵੀ ਹੋ ਸਕਦੀ ਹੈ, ਤੇ LEDs ਵੀ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈ ਹੈ। ਔਰ ਫਾਇਰ ਡਿਪਾਰਟਮੈਂਟ ਵੱਲੋਂ ਵੀ ਬਕਾਇਦਾ ਤੌਰ ਤੇ ਆ ਕੇ ਇਨਸਪੈਕਸ਼ਨ ਕਰ ਲਈ ਗਈ ਹੈ। ਸੇਫਟੀ ਦਾ ਵੀ ਧਿਆਨ ਰੱਖਿਆ ਗਿਆ ਹੈ, ਕੋਵਿਡ ਨੂੰ ਲੈ ਕੇ ਵੀ ਜਿਹੜਾ ਸਾਰੀ ਪ੍ਰੀਕਾਸ਼ਨਸ ਜਿਹੜੀਆਂ ਟੇਕ ਕੇਅਰ ਹੋ ਗਈਆਂ ਹਨ। ਸੋ ਆਈ ਥਿੰਕ ਬੜਾ ਇੰਪੋਰਟੈਂਟ ਹੁੰਦਾ। ਜਦੋਂ ਆਪਾਂ ਵੱਲਾ ਵਾਲੀ ਪੱਗ ਬੰਨ੍ਹਦੇ ਆ, ਇਹਦਾ ਜਿਹੜਾ ਲਾਸਟ ਦਾ ਪੱਲਾ ਹੁੰਦਾ ਵਾ ਉੱਪਰ ਵਾਲਾ, ਇਹਨੂੰ ਆਪਾਂ ਹਮੇਸ਼ਾ ਸਿੰਪਲ ਰੱਖੀਦਾ ਆ। ਆਪਾਂ ਜੀ ਆਪਾਂ ਲੜ ਫੜ ਲਓ ਜੀ, ਪੱਲਾ ਮੂੰਹ ਚੋਂ ਕੱਢ ਲਓ। ਤੇ ਟੋਰ ਤਾਂ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਦਸਤਾਰ ਬਣ ਕੇ ਆਈ ਜਾਂਦੀ ਹੈ। ਹਾਂਜੀ। ਤੇ ਸਾਡੇ ਥਿਆੜਾ ਸਾਹਿਬ ਦੀ ਟੋਰ ਤਾਂ ਪਹਿਲਾਂ ਹੀ ਹੈ, ਔਰ ਮੈਨੂੰ ਲੱਗਦਾ ਕਿ ਅੱਜ 4 ਚੰਦ ਹੋਰ ਵੀ ਲੱਗਣਗੇ ਨਾਲ। ਤੇ ਜਦ ਗੱਲ ਯੂਬਾ ਸਿਟੀ ਦੀ ਹੁੰਦੀ ਹੈ, ਇਸ ਨਗਰ ਕੀਰਤਨ ਦੀ ਹੁੰਦੀ ਹੈ, ਤਾਂ ਹੁਮਾ ਕੇ ਲੋਕ ਜਿਹੜੇ ਨੇ ਉਹ ਸਿਰਫ ਅਮਰੀਕਾ ਤੋਂ ਹੀ ਨਹੀਂ, ਸਗੋਂ ਸਿਮਰ ਵੀਰੇ ਗਵਾਂਢੀ ਮੁਲਕ ਵੈਨਕੂਵਰ ਤੋਂ ਵੀ ਆ ਕੇ ਇੱਥੇ ਆਪਣੀਆਂ ਹਾਜ਼ਰੀਆਂ ਭਰਦੇ ਹਨ। ਬਿਲਕੁਲ, ਔਰ ਇਹ ਬਹੁਤ ਵੱਡਾ ਸੱਚ ਆ ਜੀ, ਕਿਉਂਕਿ ਇਸ ਸੱਚ ਨੂੰ ਕੱਲਾ ਗਵਾਂਢੀ ਮੁਲਕ ਨਹੀਂ, ਈਵਨ ਇੰਗਲੈਂਡ ਤੱਕ ਤੋਂ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀਆਂ ਨੇ ਇਸ ਨਗਰ ਕੀਰਤਨ ਤੇ। ਮੈਂ ਕੱਲ ਪਰਸੋਂ ਹੀ ਇੱਕ ਬਹੁਤ ਹੀ ਵਧੀਆ ਸੀਰੀਜ਼ ਜਿਹੜੀ ਹੈ ਸਰਦਾਰ ਉਦਮ ਸਿੰਘ ਹੋਰਾਂ ਦੀ ਦੇਖਦਾ ਸੀਗਾ, ਕਿਉਂਕਿ ਲੰਡਨ ਤੋਂ ਮੈਨੂੰ ਯਾਦ ਆਇਆ। ਔਰ ਅਜਿਹੇ ਜਿਹੜੀ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਿੱਖ ਕੌਮ ਦਾ ਮਾਣ ਵੀ ਵਧਾਇਆ ਔਰ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ, ਤੇ ਮੈਨੂੰ ਲੱਗਦਾ ਕਿ ਉਹ ਦਸਤਾਰ ਦੀ ਹੀ ਗੱਲ ਸੀ, ਕਿਉਂਕਿ ਜਿਹੜਾ ਘੱਲੂਘਾਰਾ ਹੋਇਆ ਸੀਗਾ ਜਲਿਆਂਵਾਲਾ ਬਾਗ ਦੇ ਵਿੱਚ, ਜਦ ਉਹਨਾਂ ਨੇ ਦੇਖਿਆ ਕਿ ਦਸਤਾਰਾਂ ਰੁਲਦੀਆਂ ਪਈਆਂ, ਤੇ ਉਸ ਦਾ ਕਿਤੇ ਨਾ ਕਿਤੇ ਰੋਸ਼ ਉਹਨਾਂ ਦੇ ਮਨ ਦੇ ਵਿੱਚ ਸੀਗਾ, ਔਰ ਉਸ ਨੂੰ ਲੈ ਕੇ ਬਕਾਇਦਾ ਉਹ ਰੱਖੀ ਵੀ। ਤੇ ਮੈਨੂੰ ਲੱਗਦਾ ਕਿ ਜਿਹੜੀ ਹਿਸਟਰੀ ਹੈ ਸਿਮਰ ਵੀਰੇ ਦਸਤਾਰ ਦੀ, ਉਹ ਵਾਕਈ ਆਪਣੇ ਆਪ 'ਚ ਬਾਕਮਾਲ ਹੈ, ਕਿਉਂਕਿ ਇਸੀ ਦਸਤਾਰ ਦੇ ਕਰਕੇ ਪੂਰੀ ਸਿੱਖ ਕੌਮ ਜਿਹੜੀ ਹੈ ਉਹਦੀ ਹਿਸਟਰੀ ਤਿਆਰ ਹੋਈ ਹੈ, ਭਾਵੇਂ ਉਹ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਹੋਣ, ਔਰ ਗੁਰੂ ਤੇਗ ਬਹਾਦਰ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਹੋਣ। ਗੁਰੂ ਤੇਗ ਬਹਾਦਰ ਸਾਹਿਬ ਨੇ ਜਿਵੇਂ ਧਰਮ ਦੀ ਚਾਦਰ ਵੰਜੋਂ ਆਪਣੀ ਅਹਿਮ ਭੂਮਿਕਾ ਵੀ ਨਿਭਾਈ ਔਰ ਦਸਤਾਰ ਦੀ ਆਨ ਬਾਨ ਸ਼ਾਨ ਨੂੰ ਬਰਕਰਾਰ ਰੱਖਿਆ। ਮੈਨੂੰ ਲੱਗਦਾ ਕਿ ਉਹੀ ਸਾਡੇ ਲਈ ਅਹਿਮ ਜ਼ਰੂਰੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਜਿਹੜੀ ਦਸਤਾਰ ਆ ਇਹ ਸ਼ੁਰੂਆਤ ਹੋਈ ਆ 6ਵੇਂ ਪਾਤਸ਼ਾਹ ਤੋਂ। ਸੋ ਤੁਸੀਂ ਇਹ ਦੇਖੋ ਕਿ ਅੱਜ ਦਸਤਾਰ ਨੇ ਇੱਕ ਇਹੋ ਜਿਹਾ ਮੋੜ ਲੈ ਲਿਆ ਕਿ ਹਰ ਇੱਕ ਭਰਾ, ਹਰ ਇੱਕ ਵੀਰ ਸਾਨੂੰ ਜਦੋਂ ਮੈਨੂੰ ਵਿਆਹ ਤੇ ਵੀ ਕੋਈ ਸੱਦਦਾ ਤੇ ਮੈਂ ਹੈਰਾਨ ਹੁੰਦਾ ਆ, ਇੱਕ ਨਹੀਂ, ਦੋ ਨਹੀਂ, ਕਈ ਵਾਰੀ 20 ਬੰਦੇ ਵੀ ਹੁੰਦੇ ਆ ਮੇਰੇ ਕੋਲ ਪੱਗ ਬਣਾਉਣ ਵਾਲੇ। ਸੋ ਮੈਨੂੰ ਬਹੁਤ ਖੁਸ਼ੀ ਆ ਕਿ ਭਾਜੀ ਨੇ ਜਿਵੇਂ 1.5 ਮਿੰਟ 'ਚ ਕਿਹਾ ਸੀਗਾ, ਲਓ ਜੀ ਤੇ 1.5 ਮਿੰਟ 'ਚ ਪੱਗ ਬਣ 1.5 ਮਿੰਟ 'ਚ ਵਾਕਈ ਜਿਹੜੀ ਪੱਗ ਹੈ ਬਣ ਕੇ ਤਿਆਰ ਆ। ਸਾਡੇ ਤਿਹਾੜਾ ਸਾਹਿਬ ਜਿਹੜੇ ਨੇ ਉਹ
ਬਿਲਕੁਲ ਮੈਚ ਵੀ ਹੋ ਰਹੀ ਹੈ ਇਹਨਾਂ ਦੀ ਸ਼ਰਟ ਦੇ ਨਾਲ ਔਰ ਪੱਗ ਜਿਹੜੀ ਆ ਵਾਕਈ ਬਾਕਮਾਲ ਬਣੀ ਹੈ ਔਰ 1.5 ਮਿੰਟ ਦੇ ਵਿੱਚ ਤੁਸੀਂ ਇਹ ਵੱਟਾਂ ਵਾਲੀ ਜਿਹੜੀ ਪੱਗ ਹੈ ਬਣ ਸਕਦੇ ਹੋ। ਤੁਸੀਂ ਵੇਖ ਸਕਦੇ ਹੋ ਸਮਾਈਲ ਜਿਹੜੀ ਹੈ ਥਿਆੜਾ ਸਾਹਿਬ ਤੇ ਆਪਣੇ ਆਪ ਹੀ ਆ ਗਈ ਪੱਗ ਬਣਨ ਤੋਂ ਬਾਅਦ ਔਰ ਇਹ ਸਮਾਈਲ ਤੁਹਾਡੇ ਤੇ ਵੀ ਆ ਸਕਦੀ। ਥਿਆੜਾ ਸਾਹਿਬ ਤੁਹਾਡਾ ਟਾਈਮ ਨਹੀਂ ਲਊਂਗਾ, ਮੈਨੂੰ ਪਤਾ ਹੈ ਤੁਹਾਡਾ ਟਾਈਮ ਬਹੁਤ ਇੰਪੋਰਟੈਂਟ ਹੈ ਔਰ ਅਸੀਂ ਤੁਹਾਨੂੰ ਦੇਵਾਂਗੇ ਜ਼ਿਆਦਾ, ਤੁਸੀਂ ਆਪਣੀ ਮੀਟਿੰਗ ਜਿਹੜੀ ਹੈ ਜ਼ਰੂਰ ਕਰ ਸਕਦੇ ਹੋ। ਤੇ ਨਾਲ ਹਾਂਜੀ ਤੁਸੀਂ ਮੈਂ ਚਾਹਾਂਗਾ ਕਿ ਇੱਕ ਲਾਈਨ ਤੁਸੀਂ ਵੀ ਜ਼ਰੂਰ ਕਹੋ ਸਾਡੇ ਦਰਸ਼ਕਾਂ ਨੂੰ। ਦੇਖੋ ਜੀ, ਮੈਂ ਤਾਂ ਇਹੀ ਕਹੂੰਗਾ ਨਗਰ ਕੀਰਤਨ ਆਪਣਾ ਸੰਡੇ ਨੂੰ ਆ, ਸਾਰੇ ਹੱਥ ਜੋੜ ਕੇ ਬੇਨਤੀ ਕਰ ਰਿਹਾ ਇੱਥੋਂ ਗੁਰੂ ਘਰੋਂ ਸਾਰੇ ਪਹੁੰਚੋ, ਆਪਣੇ ਨਿਆਣਿਆਂ ਨੂੰ ਨਾਲ ਲੈ ਕੇ ਆਓ। ਦਿਨ ਬਹੁਤ ਸੋਹਣਾ ਹੋਣਾ, ਮੀਂਹ ਕੋਈ ਨਹੀਂ, ਉਹ ਸੇਫਟੀ ਪ੍ਰੀਕਾਸ਼ਨ ਆਲਰੇਡੀ ਦੱਸ ਚੁੱਕੇ ਸਾਨੂੰ ਸਾਰੇ। ਸੋ ਸਾਰਿਆਂ ਮੂਹਰੇ ਹੱਥ ਜੋੜ ਕੇ ਬੇਨਤੀ ਆ, ਸਾਰੇ ਪਹੁੰਚੋ, ਆਨੰਦ ਮਾਣੋ, ਬਾਬੇ ਦੀਆਂ ਖੁਸ਼ੀਆਂ ਮਾਣੋ। ਥੈਂਕ ਯੂ ਸੋ ਮਚ ਹਥਿਆੜਾ ਸਾਹਿਬ। ਤੇ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ ਔਰ ਬ੍ਰੇਕ ਤੋਂ ਬਾਅਦ ਇੱਕ ਅਜਿਹਾ ਸਸਪੈਂਸ ਤੁਹਾਡੇ ਲਈ ਬਰਕਰਾਰ ਹੈ ਜੋ ਸਸਪੈਂਸ ਤੁਸੀਂ ਵੇਖ ਕੇ ਤੁਹਾਡੇ ਮਨ ਦੇ ਵਿੱਚ ਵੀ ਖੁਸ਼ੀ ਹੋਏਗੀ ਔਰ ਤੁਹਾਨੂੰ ਕੋਈ ਭਾਣਾ ਜਿਹੜਾ ਐਕਸਕਿਊਜ਼ ਜ਼ਿੰਦਗੀ 'ਚ ਨਹੀਂ ਲੱਭੂਗਾ ਕਿ ਤੁਸੀਂ ਦਸਤਾਰ ਨਹੀਂ ਬਣਨੀ, ਕਿਉਂਕਿ ਇਹ ਜਿਹੜੀ ਕਲਾ, ਇਹ ਜਿਹੜੀ ਆਰਟ ਹੈ, ਅੱਜ ਵੇਖ ਕੇ ਤੁਹਾਡਾ ਦਿਲ ਬਾਗੋ ਬਾਗ ਹੋਏਗਾ। ਤੁਸੀਂ ਕਹੋਗੇ ਵਾਕਈ ਇਸ ਰਫਤਾਰ ਦੇ ਵਿੱਚ, ਇਸ ਸਰਦਾਰ ਦੇ ਵਿੱਚ ਔਰ ਇਸ ਦਸਤਾਰ ਦੇ ਵਿੱਚ ਕੋਈ ਤਾਂ ਮਜ਼ਾ ਹੈ। ਮਿਲਦਾ ਬ੍ਰੇਕ ਤੋਂ ਬਾਅਦ। ਖਿੜੀ ਦੁਪਹਿਰ ਦੇ ਵਿੱਚ ਸਾਰਿਆਂ ਦੇ ਜਿਹੜੇ ਮਨ ਨੇ ਉਹ ਵੀ ਖਿੜੇ ਹੋਏ ਨੇ ਔਰ ਸਾਰਿਆਂ ਦੇ ਚਿਹਰੇ ਵੀ ਖਿੜੇ ਹੋਏ ਨੇ। ਇੱਕ ਤੁਸੀਂ ਪਰਸਨੈਲਿਟੀ ਜਾਣਦੇ ਹੀ ਹੋ ਸਾਡੀ ਟੀਮ ਦੇ ਵਿੱਚ, ਸੁੱਖਾ ਸੰਘਾ, ਜਿਨ੍ਹਾਂ ਨੇ ਹੁਣ ਪੱਗ ਬੰਨ੍ਹੀ ਹੈ। ਦੇਖੋ ਕਿਵੇਂ ਚਿਹਰੇ ਇਹਨਾਂ ਦਾ ਖਿੜਿਆ ਹੋਇਆ ਔਰ ਹੁਣ ਪੱਗ ਬਣ ਕੇ ਜਿਹੜੇ ਨੇ ਇਹ ਵੀ ਰਫਤਾਰ ਫੜਨਗੇ, ਕਿਉਂਕਿ ਰਫਤਾਰ ਸਾਨੂੰ ਫੜਨੀ ਬੜੀ ਜ਼ਰੂਰੀ ਹੈ। ਸਿਮਰ ਜੀ, ਇਹਨਾਂ ਨੂੰ ਇੱਕ ਅਜਿਹੀ ਕਲਾ ਦੇ ਨਾਲ ਪੱਗ ਬੰਨਣਗੇ ਜੋ ਕਿ ਪੁਰਾਤਨ ਇਹਨੂੰ ਕਲਾ ਕਹੀ ਜਾਂਦੀ ਹੈ। ਪਹਿਲੇ ਦੇ ਜਿਹੜੇ ਸਿੰਘ ਹੁੰਦੇ ਸੀਗੇ ਉਹਨਾਂ ਦੇ ਕੋਲ ਮਿਰਰਸ ਨਹੀਂ ਹੁੰਦੇ ਸੀਗੇ, ਸ਼ੀਸ਼ੇ ਨਹੀਂ ਹੁੰਦੇ ਸੀਗੇ, ਉਹ ਦਸਤਾਰ ਕਿਵੇਂ ਬਣਦੇ ਸੀਗੇ ਔਰ ਉਹਨਾਂ ਦੀ ਜਿਹੜੀ ਹੈ ਬਾਕਮਾਲ ਦਸਤਾਰ ਹੁੰਦੀ ਸੀਗੀ, ਜਦ ਸਰ ਤੇ ਵੱਜਦੀ ਸੀਗੀ ਵਾਕਈ ਲੱਗਦੇ ਸੀਗੇ ਸਿੰਘ ਜਾ ਰਹੇ ਨੇ। ਤੇ ਅੱਜ ਸਾਡੇ ਸੁੱਖਾ ਸੰਘਾ ਸਿੰਘ ਜਿਹੜੇ ਨੇ ਉਹ ਸੱਜਣਗੇ ਔਰ ਦਸਤਾਰ ਸਜਾਈ ਜਾਏਗੀ। ਉਸ ਤੋਂ ਪਹਿਲਾਂ ਇਹ ਦਸਤਾਰ ਸਜਾਣ ਮੈਂ ਇਹਨਾਂ ਦੀ ਅੱਖਾਂ ਦੇ ਵਿੱਚ ਪੱਟੀ ਬੰਨ ਦੇਵਾਂ। ਨਹੀਂ ਦਿਖਦਾ ਜੀ। ਸੋ ਹੁਣ ਸੰਘਾ ਸਾਹਿਬ ਨੂੰ ਜਿਹੜੀ ਦਸਤਾਰ ਹੈ ਉਹ ਸਜਾਈ ਜਾਏਗੀ ਤੇ ਇਹ ਜਿਹੜੀ ਪੱਗ ਹੈ ਉਹ ਵੇਖਣੀ ਹੋਏਗੀ ਕਿ ਕਿਵੇਂ ਪੁਰਾਤਨ ਸਮੇਂ 'ਚ ਜਿਹੜੇ ਸਿੰਘ ਸੀਗੇ ਉਹ ਦਸਤਾਰ ਨੂੰ ਸਜਾਉਂਦੇ ਸੀਗੇ, ਕਿਉਂਕਿ ਉਹਨਾਂ ਦੇ ਕੋਲ ਮਿਰਰ ਨਹੀਂ ਹੁੰਦਾ ਸੀਗਾ। ਤੇ ਸਾਡੇ ਟਰਬਨ ਕੋਚ ਸਿਮਰਜੀਤ ਸਿੰਘ ਬਕਾਇਦਾ ਤੌਰ ਤੇ ਇਸ ਦਸਤਾਰ ਨੂੰ ਬੰਨਣਗੇ ਔਰ ਬੇहद ਜ਼ਰੂਰੀ ਹੋ ਜਾਂਦਾ ਹੈ ਜਦ ਤੁਸੀਂ ਆਪਣੇ ਸਿਰ ਤੇ ਦਸਤਾਰ ਸਜਾਉਂਦੇ ਹੋ ਔਰ ਜਦ ਤੁਸੀਂ ਕਹਿੰਦੇ ਹੋ ਕਿ ਹਾਂ ਅਸੀਂ ਹੀ ਹੈਗੇ ਹਾਂ ਸਿੰਘ, ਜਿਹੜੇ ਕਿ ਸਾਨੂੰ ਇਸ ਵਿਰਾਸਤ ਦੇ ਵਿੱਚ ਮਿਲੀ ਹੋਈ ਪੱਗ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਕਮਾਲ ਕਰਕੇ ਵਿਖਾਉਂਦੀ ਹੈ। ਜਦ ਤੁਸੀਂ ਲੱਖਾਂ ਚੋਂ ਨਿਕਲਦੇ ਹੋ ਤਾਂ ਤੁਹਾਨੂੰ ਸਰਦਾਰ ਕੋ ਹੁੰਦੀ ਹੈ ਔਰ ਆਪਣੇ ਮਨ ਦੇ ਵਿੱਚ ਵੀ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਹਾਂ ਅੱਜ ਅਸੀਂ ਪੱਗ ਬਣੀ ਹੈ। ਪੱਗ ਦੇ ਡਿਫਰੈਂਟ ਸਟਾਈਲਸ ਹੋ ਚੁੱਕੇ ਨੇ। ਕਈ ਲੋਕ ਜਿਹੜੇ ਨੇ ਉਹ ਪਟਿਆਲਾ ਸ਼ਾਹੀ ਪੱਗ ਬਣਦੇ ਹਨ, ਕਈ ਮੋਰਨੀ ਪੱਗ ਬਣਦੇ ਹਨ, ਕਈ ਜਿਹੜੀ ਪੱਗ ਦੇ ਸਟਾਈਲਸ ਨੇ ਉਹਨਾਂ ਦੇ ਵਿੱਚ ਵੱਟਾਂ ਵਾਲੀ ਪੱਗ ਦਾ ਅੱਜ ਕੱਲ੍ਹ ਬਹੁਤ ਹੀ ਫੈਸ਼ਨ ਹੈ, ਮੈਂ ਕਹਾਂਗਾ ਟ੍ਰੈਂਡ ਹੈ। ਔਰ ਦੁਮਾਲਾ ਸਾਹਿਬ ਜਿਹੜਾ ਬਕਾਇਦਾ ਤੌਰ ਤੇ ਉਹਨੂੰ ਵੀ ਬਕਾਇਦਾ ਤੌਰ ਤੇ ਬੰਨਿਆ ਜਾਂਦਾ ਹੈ, ਉਹਦਾ ਡਿਫਰੈਂਟ ਸਟਾਈਲ ਹੁੰਦਾ ਹੈ ਜੋ ਕਿ ਜਿਹਨੂੰ ਗੋਲ ਦਸਤਾਰ ਵੀ ਬਕਾਇਦਾ ਤੌਰ ਤੇ ਕਿਹਾ ਜਾਂਦਾ ਹੈ ਜਾਂ ਫਿਰ ਪਰਨਾ ਉਹਨੂੰ ਕਿਹਾ ਜਾਂਦਾ ਜਦ ਤੁਸੀਂ ਬੰਨਦੇ ਹੋ। ਤਾਂ ਅੱਜ ਸੰਘਾ ਸਾਹਿਬ ਜਿਹੜੇ ਨੇ ਇਹ ਬਲਾਈਂਡ ਫੋਲਡ ਮੈਂ ਕਹਾਂਗਾ ਟਰਬਨ ਅੱਜ ਜਸ ਪੰਜਾਬੀ ਦੇ ਉੱਤੇ ਔਰ ਪਹਿਲੀ ਵਾਰ ਮੈਂ ਕਹਾਂਗਾ ਹਿਸਟਰੀ ਦੇ ਵਿੱਚ ਤੁਸੀਂ ਇਹ ਅਜਿਹੀ ਇੱਕ ਫੁਟੇਜ ਵੇਖ ਰਹੇ ਹੋਣੇ ਹੋ। ਦਸਤਾਰ ਬੰਨੀ ਜਾ ਰਹੀ ਹੈ ਅੱਖਾਂ 'ਚ ਪੱਟੀ ਲਾ ਕੇ ਤੇ ਇਸ ਟਾਈਮ ਸਿਮਰ ਹੋਰਾਂ ਨੂੰ ਕੁਝ ਵੀ ਨਹੀਂ ਵਿਖ ਰਿਹਾ ਔਰ ਸੁੱਖਾ ਸੰਘਾ ਸਾਹਿਬ ਹੁਣ ਕਹਿ ਰਹੇ ਨੇ ਕਿ ਮੇਰੀ ਵਾਰੀ ਆਈ ਤਾਂ ਅੱਖਾਂ ਬੰਦ ਕਰਵਾਤੀਆਂ, ਆਪ ਦੀਆਂ ਪੱਗਾਂ ਤੇ ਟੌਰ ਨਾਲ ਬੰਨ ਲਈਆਂ। ਤੇ ਪਰ ਮੈਂ ਕੁਝ ਕਹਿਣਾ ਚਾਹੁੰਦਾ ਆ ਜੀ, ਕਿਸੇ ਨੇ ਕੁਐਸਚਨ ਕੀਤਾ ਸੀਗਾ ਵੀ ਮੈਨੂੰ ਬਹਾਨਾ ਆ ਵੀ ਮੇਰੇ ਕੋਲ ਇੱਟਾਂ ਆ, ਤਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਖਾਸ ਕਰਕੇ ਜਿਨ੍ਹਾਂ ਨੂੰ ਟੋਪੀ ਪਾਉਣ ਦਾ ਟਾਈਮ ਹੁੰਦਾ ਪਰ ਪੱਗ ਸਜਾਉਣ ਦਾ ਟਾਈਮ ਨਹੀਂ ਹੁੰਦਾ। ਕਹਿੰਦਾ ਤੇਰੀ ਟੋਪੀ ਨਹੀਂ ਕਬੂਲ ਸਾਨੂੰ, ਤੂੰ ਦਸਤਾਰ ਸਜਾ ਕੇ ਆਇਆ ਕਰ, ਸਾਨੂੰ ਵੈਰੀ ਦਾ ਨਾ ਡਰ ਕੋਈ, ਤੂੰ ਇੰਜ ਨਾ ਸਾਨੂੰ ਡਰਾਇਆ ਕਰ। ਤੂੰ ਕੇਸ ਕਟਾਏ ਸਿੰਘਾ ਬੰਦ ਕਟਾਏ, ਇਸ ਗੱਲ ਤੇ ਗੌਰ ਫਰਮਾਇਆ ਕਰ, ਤੇਰੇ ਨਾਮ ਪਿੱਛੇ ਜੋ ਸਿੰਘ ਲੱਗੇ
ਉਸ ਸਿੰਘ ਦਾ ਮਾਣ ਵਧਾਇਆ ਕਰ। ਕਿਆ ਤੇਰੇ ਬਾਤ ਹੈ। ਪੁਰਖੇ ਖੋਪਰ ਲਾ ਤੁਰ ਪਏ, ਤੂੰ ਨਾ ਦਾਗ ਸਿੱਖੀ ਨੂੰ ਲਾਇਆ ਕਰ। ਧੰਨ ਸਤਿਗੁਰ ਕਲਗੀਆਂ ਵਾਲੇ ਅੱਗੇ ਹੱਥ ਜੋੜ ਕੇ ਸੀਸ ਨਿਭਾਇਆ ਕਰ, ਹੱਥ ਜੋੜ ਕੇ ਸੀਸ ਨਿਭਾਇਆ ਕਰ। ਬਿਲਕੁਲ, ਇੱਕ ਲਾਈਨ ਮੈਂ ਹੋਰ ਐਡ ਕਰ ਦੇਣਾ, ਆਪਣੇ ਸਰ ਉੱਤੇ ਇਹ ਸੋਹਣੀ ਦਸਤਾਰ ਸਜਾਇਆ ਕਰ। ਤੇ ਦਸਤਾਰ ਜਿਹੜੀ ਹੈ ਸਜ ਚੁੱਕੀ ਹੈ ਜੀ ਸੁੱਖਾ ਸੰਘਾ ਸਾਹਿਬ ਦੇ ਉੱਤੇ, ਔਰ ਇਹ ਅੱਖਾਂ 'ਚ ਪੱਟੀ ਪਾ ਕੇ ਬਲਾਈਂਡ ਮੈਂ ਕਹਾਂਗਾ ਦਸਤਾਰ ਜਿਹੜੀ ਹੈ ਕੋਚ ਸਾਹਿਬ ਸਿਮਰਜੀਤ ਸਿੰਘ ਹੋਰਾਂ ਵੱਲੋਂ ਇਹ ਪੱਗ ਬੰਨੀ ਗਈ ਹੈ। ਤੇ ਜੇਕਰ ਤੁਸੀਂ ਵੀ ਪੱਗ ਬਣ ਕੇ ਆਉਂਦੇ ਹੋ ਯੂਬਾ ਸਿਟੀ ਦੇ ਇਸ ਪਰੇਡ ਦੇ ਵਿੱਚ, ਤਾਂ ਤੁਹਾਨੂੰ ਕਮਿਟਮੈਂਟ ਹੈ ਸਾਡੀ ਕਿ ਤੁਹਾਨੂੰ ਵੀ ਇੰਟਰਵਿਊ ਕਰਾਂਗੇ, ਔਰ ਸਾਨੂੰ ਜ਼ਰੂਰ ਦੱਸਿਓ ਕਿ ਅਸੀਂ ਇਹ ਪ੍ਰੋਗਰਾਮ ਵੇਖਿਆ ਸੀ ਔਰ ਇਸ ਪ੍ਰੋਗਰਾਮ ਦੇ ਤਹਿਤ ਜਿਹੜਾ ਅਸੀਂ ਤੁਹਾਡੀ ਦਸਤਾਰ ਬੰਨੀ ਹੈ। ਵਾਹ ਜੀ ਵਾਹ। ਥੋੜੀ ਜੀ ਬਸ ਹੁਣ ਅੱਖ ਖੋਲ ਕੇ ਫਿਨਿਸ਼ਿੰਗ ਕਰਨੀ ਪਏਗੀ, ਪਰ ਜਿਹੜੀ 90% ਦਸਤਾਰ ਹੈ ਉਹ ਸੰਘਾ ਸਾਹਿਬ ਦੇ ਉੱਤੇ ਸਜਾਈ ਜਾ ਚੁੱਕੀ ਹੈ। ਔਰ ਇਹ ਸੋਹਣੀ ਦਸਤਾਰ ਜਦ ਸਜਦੀ ਹੈ ਤਾਂ ਵਾਕਈ ਜਿਹੜੀ ਪਰਸਨੈਲਿਟੀ ਉਹ ਨਿਕਲ ਕੇ ਆ ਜਾਂਦੀ ਹੈ। ਪਰਸਨੈਲਿਟੀ ਤਾਂ ਸਾਡੀ ਸੰਘਾ ਸਾਹਿਬ ਦੀ ਪਹਿਲਾਂ ਵੀ ਹੈ, ਪਰ ਦਸਤਾਰ ਸਜਾਉਣ ਤੋਂ ਬਾਅਦ ਚਾਰ ਚੰਦ ਹੋਰ ਲੱਗ ਗਏ। ਬਹੁਤ ਜ਼ਰੂਰੀ ਹੈ ਜੀ। ਬਹੁਤ ਹੀ ਵਧੀਆ ਬਾਕਮਾਲ ਮੈਂ ਕਹਾਂਗਾ ਕਿ ਇਹ ਕਲਾ ਥੋੜੀ ਜਿਹੀ ਵਿਖਾਈ ਹੈ। ਔਰ ਇਸ ਖਿੜੀ ਦੁਪਹਿਰ ਦੇ ਵਿੱਚ ਕੋਸ਼ਿਸ਼ ਆਈ ਹੈ ਕਿ ਤੁਹਾਨੂੰ ਰੋਜ਼ਾਨਾ ਕੁਝ ਨਾ ਕੁਝ ਸਾਡੇ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ, ਸਾਡੇ ਵਿਰਾਸਤ ਦੇ ਵਿੱਚ ਮਿਲੇ ਹੋਏ, ਸਾਨੂੰ ਉਹ ਹੈਰੀਟੇਜ ਦੇ ਵਿੱਚ ਮਿਲੀ ਹੋਈ ਸਾਨੂੰ ਜਿੰਨੇ ਵੀ ਸਾਨੂੰ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਦੇਣ ਸੀਗੀ, ਉਹ ਤੁਹਾਨੂੰ ਦਰਸਾ ਸਕੀਏ। ਸੰਘਾ ਸਾਹਿਬ ਕਿਵੇਂ ਲੱਗ ਰਿਹਾ ਪੱਗ ਬਣ ਕੇ? ਬਹੁਤ ਵਧੀਆ। ਮਾਣ ਮਹਿਸੂਸ ਹੋ ਰਿਹਾ? ਯਾ ਲੱਗਦਾ ਕਿ ਹੁਣ ਕਰਾਊਂਡ ਬਣ ਲਿਆ? ਹੋਰ ਇੱਕ ਮੈਸੇਜ ਜੀ, ਕੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ? ਸੋ ਇੱਕ ਮੈਸੇਜ ਆ ਜੀ ਮੇਰੇ ਵੱਲੋਂ, ਬਹੁਤ ਮੇਰੇ ਭਰਾ ਨੇ ਜਿਹੜੇ ਦਸਤਾਰ ਸਿੱਖਣਾ ਚਾਹੁੰਦੇ ਆ, ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਰਾਇਲ ਸਟਾਈਲ ਟਰਬਨ ਸਰਵਿਸ ਤੇ। ਮੈਂ ਆਨਲਾਈਨ ਕਲਾਸਾਂ ਵੀ ਦਿੰਦਾ ਆ, ਅਗਰ ਕਿਸੇ ਨੂੰ ਪੱਗ ਸਿੱਖਣੀ ਹੋਵੇ ਤੁਸੀਂ ਸਿੱਖ ਸਕਦੇ ਹੋ ਜੀ। ਧੰਨਵਾਦ। ਨਾਲੇ ਦਸਤਾਰ ਸਜਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਨੰਬਰ ਵੀ ਦੱਸ ਦਿਓ। ਹਾਂਜੀ, 9168955094। ਬਹੁਤ ਧੰਨਵਾਦ ਸਾਰੀ ਟੀਮ ਦਾ, ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਇੰਨਾ ਪਿਆਰ ਇੰਨਾ ਮਾਣ ਬਖਸ਼ਿਆ। ਕੋਸ਼ਿਸ਼ ਕਰਾਂਗੇ ਕਿ ਅੱਗੇ ਨਾਲੋਂ ਹੋਰ ਕੁਝ ਨਵਾਂ ਸਿੱਖ ਕੇ ਤੁਹਾਡੇ ਰੂਬਰੂ ਕਰ ਸਕੀਏ। ਇਜਾਜ਼ਤ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ। ਸੋ ਇਹ ਸੀਗੀ ਜੀ ਅੱਜ ਖਾਸ ਪੇਸ਼ਕਸ਼ ਖਿੜੀ ਦੁਪਹਿਰ ਦੇ ਵਿੱਚ, ਜਿੱਥੇ ਅਸੀਂ ਦਸਤਾਰ ਬੰਨ੍ਹਣੀ ਸਿੱਖੀ ਔਰ ਆਪਾਂ ਇਹੀ ਸੁਨੇਹਾ ਦਿੱਤਾ, ਮਾਈ ਟਰਬਨ ਮਾਈ ਪ੍ਰਾਈਡ ਵਿਦ ਹਰਕੀਰਤ ਸਿੰਘ ਆਹਲੂਵਾਲੀਆ, ਜਸ ਪੰਜਾਬੀ ਦੇ ਲਈ ਖਿੜੀ ਦੁਪਹਿਰ।